जी अपना रूम है, सामा है, ये चाचा होरी। चाचा जी कोई गलबात सुनाओ हाँ सानू, किवें दी गल सुननी पुरानी कोई कोई पुरानी सुनाओ। ईमान ताज़ा हो जाए। मानता दो नमाज तो सारे ਅਸੀਂ पढ़ के आए ਹਾਂ। ਗੱਲ ਇੱਕ ਯਾਦ ਆਈ ਹੈ, ਬਗਦਾਦ ਨਾ ਸ਼ਹਿਰ ਉਹ 'ਚ ਇੱਕ ਮਸਜਿਦ ਸੀ ਬੜੀ ਪੁਰਾਣੀ, ਅਤੇ ਉਹਦੇ 'ਚ ਇੱਕ ਨਾ ਸਟੂਡੈਂਟ ਸੀ, ਯਾਨੀ ਕਿ ਦੀਨੀ ਤਾਲੀਮ ਲੈਂਦਾ ਸੀ। ਹੈ ਸੀ ਬੜਾ ਗਰੀਬ, ਰਹਿੰਦਾ ਉੱਥੇ ਹੀ ਸੀ, ਯਾਨੀ ਕਿ ਅੱਗੇ ਪਿੱਛੇ ਉਹਦਾ ਕੋਈ ਨਹੀਂ ਸੀ। ਉੱਥੇ ਮਸਜਿਦ ਦੇ ਨਾ ਇੱਕ ਕੋਨੇ 'ਚ ਯਾਨੀ ਕਿ ਕਮਰੇ 'ਚ ਰਹਿੰਦਾ ਸੀ ਉਹ। ਅਤੇ ਇੱਕ ਦਿਨ ਐਸਾ ਹੋਇਆ ਕਿ ਵੀ 2-3 ਦਿਨ ਹੋ ਗਏ ਉਹਨੂੰ ਕਿਸੇ ਮਹੱਲੇ 'ਚ ਉਹਨਾਂ ਰੋਟੀ ਨਹੀਂ ਦਿੱਤੀ। ਭੁੱਖ ਇੰਨੀ ਕੁ ਗਰੀਬ ਨੂੰ ਲੱਗ ਗਈ ਵੀ ਮਰਨ 'ਤੇ ਪਹੁੰਚ ਗਿਆ। ਜਦੋਂ ਤੀਸਰਾ ਦਿਨ ਹੋਇਆ ਨਾ, ਉਹਨੂੰ ਪਤਾ ਲੱਗਿਆ ਵੀ ਮੈਂ ਸ਼ਾਇਦ ਨਾ ਮਰ ਜਾਣਾ। ਉਹਦੇ ਦਿਲ 'ਚ ਗੱਲ ਆਈ, ਉਹਨੇ ਆਖਿਆ ਬਈ ਇਸ ਹਾਲਤ ਵਿੱਚ ਤਾਂ ਹਰਾਮ ਖਾਣਾ ਵੀ ਜਾਇਜ਼ ਹੀ ਹੁੰਦਾ ਜਾਨ ਬਚਾਉਣ ਵਾਸਤੇ। ਉਹਨੇ ਸੋਚਿਆ ਵੀ ਕਿਧਰੋਂ ਨਾ ਚੋਰੀ ਸ਼ੋਰੀ ਕਰਕੇ ਤੇ ਮੈਂ ਕੁਝ ਖਾ ਲਾਂ। ਉਹ ਉੱਠਿਆ ਅਤੇ ਪੁਰਾਣੇ ਮਹੱਲਿਆਂ 'ਚ ਮਕਾਨ ਪਤਾ ਉੱਤੋਂ ਜੁੜੇ ਹੁੰਦੇ ਨੇ, ਘਰਾਂ ਇੱਕ ਛੱਤਾਂ ਜੁੜੀਆਂ ਹੁੰਦੀਆਂ ਨਾ। ਉਹ ਮਸਜਿਦ ਦੀ ਛੱਤ 'ਤੇ ਚੜ੍ਹਿਆ, ਉੱਥੋਂ ਟੱਪ ਕੇ ਅਤੇ ਨਾਲ ਇੱਕ ਹੋਰ ਘਰ ਦੀ ਛੱਤ 'ਤੇ ਗਿਆ, ਅਤੇ ਉੱਥੇ ਝਾਤੀ ਮਾਰੇ ਸੂ। ਹੈ ਸੀ ਰਾਤ ਦਾ ਟਾਈਮ, ਅਤੇ ਉੱਥੇ ਨਾ ਔਰਤਾਂ ਸੁੱਤੀਆਂ ਹਨ, ਅਤੇ ਉਹਨਾਂ ਨੂੰ ਵੇਖ ਕੇ ਨਾ ਤਾਂ ਉਹਨਾਂ ਨੇ ਸ਼ਰਮ ਆਈ। ਉਸ ਆਖਿਆ ਬਈ ਮਾੜੀ ਗੱਲ ਹੈ ਕਿ ਇਹ ਘਰ ਸਿਰਫ ਬੀਬੀਆਂ ਨੇ, ਅਤੇ ਮੈਂ ਇੱਥੇ ਜਾਵਾਂ ਅਤੇ ਇਹ ਗੱਲ ਚੰਗੀ ਨਹੀਂ ਲੱਗਦੀ, ਅਤੇ ਲਿਆਦਾ ਕੋਈ ਹੋਰ ਘਰ ਤਾੜਨਾ। ਉਹ ਨਾ ਅਗਲੇ ਘਰ ਗਿਆ, ਅਗਲੇ ਘਰ ਵੇਖਿਆ ਨਾ ਅਤੇ ਉਹਨੂੰ ਖੁਸ਼ਬੂ ਵੀ ਆਈ ਜਿਵੇਂ ਕਿਸੇ ਚੀਜ਼ ਦੀ ਨਾ ਪੱਕੀ, ਅਤੇ ਨਜ਼ਰ ਮਾਰੀ ਉਸ ਵਿਹੜੇ ਕੋਈ ਬੰਦਾ ਨਾ। ਉਹ ਪੌੜੀਆਂ ਲੈ ਕੇ ਨਾ ਅਤੇ ਅੰਦਰ ਗਿਆ, ਖੁਸ਼ਬੂ ਸੁੰਘਦਾ ਸੁੰਘਦਾ ਨਾ ਕਿਚਨ 'ਚ ਵੜ ਗਿਆ। ਉੱਥੇ ਨਾ ਸਾਲਣ ਪੱਕਿਆ ਸੀ, ਹਾਂਡੀ ਪਈ, ਉਹਨੇ ਵੇਖੀ ਪੁੱਟ ਕੇ, ਅਤੇ ਉਹਦੇ ਵਿੱਚ ਨਾ ਬਤਾਊ ਪੱਕੇ ਹੋਏ, ਭਰੇ ਨਹੀਂ। ਹੁਣ ਤਾਂ ਬੀਬੀਆਂ ਨਹੀਂ ਭਰਦੀਆਂ, ਅਤੇ ਪਹਿਲੇ ਵਕਤਾਂ 'ਚ ਲੋਕ ਭਰੇ ਬਤਾਊ ਵੀ ਪਕਾਉਂਦੇ ਹਨ। ਉਹ ਭਰਿਆ ਬਤਾਊ ਉਹਨੇ ਕੱਢਿਆ, ਇੱਕ ਹੈ ਉਹ ਇਹ ਗਰਮ ਸੀ, ਚੱਕ ਮਾਰਿਆ ਉਹਨੇ, ਅਤੇ ਖਿਆਲ ਆ ਗਿਆ, ਈਮਾਨ ਉਹਦਾ ਜਾਗ ਗਿਆ। ਉਸ ਆਖਿਆ ਯਾਰ ਮੈਂ ਕੀ ਕਰਨ ਲੱਗਾ, ਇਹ ਤਾਂ ਹਰਾਮ ਹੈ, ਇਹਦੇ ਨਾਲ ਤਾਂ ਮਰ ਜਾਣਾ ਬਿਹਤਰ ਹੈ, ਅਤੇ ਵੀ ਹਰਾਮ ਚੀਜ਼ ਮੇਰੇ ਵਾਸਤੇ ਮਮਨੂ ਹੈ, ਅੱਲਾਹ ਪਾਕ ਨੇ ਮਨਾ ਕੀਤਾ, ਮਰ ਜਾਣਾ ਕਬੂਲ ਹੈ, ਹਰਾਮ ਨਹੀਂ ਖਾਣਾ। ਉਹਨੇ ਉੱਥੋਂ ਹੀ ਮੂੰਹ 'ਚ ਕੱਢ ਕੇ ਨਾ ਬਤਾਊਂ ਵਾਪਸ ਹਾਂਡੀ 'ਚ ਰੱਖਿਆ, ਉੱਤੇ ਢੱਕਣ ਦਿੱਤਾ, ਚੁੱਪ ਚਪੀਤਾ ਨਾ ਵਾਪਸ ਮਸਜਿਦ 'ਚ। ਜਿਸ ਮਸਜਿਦ 'ਚ ਪਹੁੰਚਿਆ ਅਤੇ ਐਸੇ ਤੋਂ ਸੁਬਾਹ ਸਹਿਰੀ ਦਾ ਟਾਈਮ, ਅਤੇ ਉਸਤਾਦ ਉਹਨਾਂ ਦੇ ਨਾ ਦਰਸ ਪੇ ਦਿੰਦੇ ਹਨ। ਇਹ ਵੀ ਜਾ ਕੇ ਬਹਿ ਗਿਆ, ਉਹ ਦਰਸ ਖਤਮ ਹੋਇਆ, ਇਹਨੂੰ ਹੁਣ ਕੋਈ ਨਾ ਭੁੱਖ ਦੀ ਵਜ੍ਹਾ ਤੋਂ ਹੋਸ਼ ਨਹੀਂ ਵੀ ਦਰਸ ਕਿਹੜੀ ਸ਼ੈ ਦਾ ਹੁੰਦਾ ਪਿਆ, ਉਸਤਾਦ ਕੀ ਆਂਦੇ ਨੇ ਪਏ, ਬੈਠਾ ਰਿਹਾ ਚੁੱਪ ਕਰਕੇ ਨਾ, ਸਿਰ ਸੁੱਟ ਕੇ। ਸਾਰੇ ਜਦੋਂ ਬੱਚੇ ਸ਼ਗਿਰਦ ਜਾਂ ਮਹੱਲੇ ਦੇ ਬੰਦੇ ਟੁਰ ਗਏ ਨਾ, ਅਤੇ ਇੱਕ ਔਰਤ ਕੋਨੇ 'ਚ ਬੈਠੀ ਸੀ ਅਲੱਦਾ ਨਾ, ਸਿਰਫ ਉਹ ਰਹਿ ਗਈ। ਅਤੇ ਉਸਤਾਦ ਸਾਹਿਬ ਇਹਨੂੰ ਮੁਹਾਤਬ ਹੋਏ, ਇਹਨੂੰ ਕਹਿੰਦੇ ਬਈ ਗੱਲ ਸੁਣ। ਹਾਂ, ਮੈਂ ਕਿਹਾ ਜੀ, ਨਾ ਤੇਰੀ ਸ਼ਾਦੀ ਹੋਈ ਹੈ? ਆਂਦਾ ਜੀ ਨਹੀਂ। ਇਹ ਸ਼ਾਦੀ ਤਾਂ ਕਰਨੀ ਆ? ਆਂਦਾ ਜੀ ਸ਼ਾਦੀ ਕੀ ਤੂੰ ਕਰਾਂ ਦਾ, 3 ਦਿਨ ਤਾਂ ਹੋ ਗਏ ਨਾ ਭੁੱਖਾ, ਮੈਨੂੰ ਤਾਂ ਰੋਟੀ ਤੂੰ ਮੈਂ ਤੰਗ ਆ, ਅਤੇ ਤੁਸੀਂ ਆਂਦੇ ਹੋ ਵੀ ਸ਼ਾਦੀ ਕਰ ਲਾ। ਉਹਨੇ ਆਖਿਆ ਮੈਨੂੰ ਇਹ ਦੱਸ ਵੀ ਤੂੰ ਨਿਕਾਹ ਕਰਨਾ ਹੈ ਜਾਂ ਨਹੀਂ? ਇਹ ਜੀ ਨਿਕਾਹ ਤਾਂ ਮੈਂ ਕਰ ਲਾਂਗਾ, ਲੇਕਿਨ ਮੇਰੇ ਕੋਲ ਕੋਈ ਚੀਜ਼ ਨਹੀਂ ਜੇ, ਮੈਂ 3 ਦਿਨ ਤੋਂ ਵੈਸੇ ਹੀ ਰੋਟੀ ਤੋਂ ਵੀ ਤੰਗ ਆ। ਉਹਨੇ ਆਖਿਆ ਬਈ ਠੀਕ ਹੈ ਨਾ, ਇਸ ਗੱਲ ਦੀ ਤੂੰ ਫਿਕਰ ਨਾ ਕਰ। ਉਹ ਜਿਹੜੀ ਔਰਤ ਸੀ ਨਾ, ਉਸਤਾਦ ਆਖਿਆ ਵੀ ਇਹ ਔਰਤ ਹੈ, ਕਿਆ ਤੂੰ ਇਹਦੇ ਨਾਲ ਨਿਕਾਹ ਕਰਨਾ ਚਾਹੁੰਦਾ? ਉਹਨੇ ਜੀ ਤੁਸੀਂ ਕਰਦੇ ਹੋ ਤਾਂ ਮੈਂ ਕਰ ਲਾਂਗਾ। ਉਹ ਔਰਤ ਆਈ ਸੀ ਉਸਤਾਦ ਕੋਲ ਨਾ, ਉਸ ਟਾਈਮ ਆਪਣਾ ਨਾ ਬੁੱਢਾ ਚਾਚੇ ਨੂੰ ਨਾਲ ਲੈ ਕੇ, ਉਹਦਾ ਖਾਮਦ ਫੌਤ ਹੋ ਗਿਆ ਸੀ, ਅਤੇ ਉਹਨੇ ਆ ਕੇ ਨਾ ਅਤੇ ਇਮਾਮ ਮਸਜਿਦ ਉਹਨਾਂ ਨੂੰ ਆ ਕੇ ਇਲਤਜਾ ਕੀਤੀ ਵੀ ਮੇਰਾ ਤੁਸੀਂ ਕਿਸੇ ਨਾ ਅੱਛੇ ਬੰਦੇ ਨਾਲ ਨਿਕਾਹ ਕਰ ਦਿਓ, ਮੈਂ ਜਵਾਨ ਹਾਂ ਅਤੇ ਮੀਆਂ ਮੇਰਾ ਫੌਤ ਹੋ ਗਿਆ, ਅਤੇ ਜੇ ਅਗਰ ਮੈਂ ਸ਼ਾਦੀ ਨਾ ਕਰਾਂਗੀ ਤਾਂ ਕੁੱਤੇ ਬਿੱਲੇ ਮਹੱਲੇ ਦੇ ਜਿਹੜੇ ਫਿਰ ਪਤਾ ਹੀ ਤਾੜ 'ਚ ਹੁੰਦੇ ਨੇ, ਅਤੇ ਮੇਰੀ ਇੱਜ਼ਤ ਮੇਰਾ ਰਖਵਾਲਾ ਲੱਭ ਜਾਏਗਾ ਮੈਨੂੰ, ਅਤੇ ਮੇਰਾ ਤੁਸੀਂ ਨਿਕਾਹ ਕਰੋ। ਉਹਨਾਂ ਪੁੱਛਿਆ ਉਸਤਾਦਾਂ ਨੂੰ ਵੀ ਇਹ ਜਿਹੜਾ ਮੁੰਡਾ ਇਹਦੇ ਨਾਲ ਤੇਰਾ ਨਿਕਾਹ ਕਰਦੀ ਤਾਂ ਠੀਕ ਹੈ? ਔਰਤ ਨੇ ਆਖਿਆ ਅਗਰ ਤੁਸੀਂ ਕਰਦੇ ਹੋ ਤੁਹਾਡੇ ਵਾਸਤੇ, ਤੁਸੀਂ ਕਹਿੰਦੇ ਹੋ ਠੀਕ ਹੈ, ਅਤੇ ਮੇਰਾ ਨਿਕਾਹ ਕਰ ਦਿਓ। ਉਸਤਾਦਾਂ ਉੱਥੇ ਜਨਾਬ ਉਹਦਾ ਚਾਚਾ ਅੱਗੇ ਨਾਲ ਆਇਆ ਸੀ ਬੁੱਢਾ ਜਿਹਾ ਇੱਕ, ਅਤੇ 2 ਬਾਹਰੋਂ ਬੰਦੇ ਹੋਰ ਬੁਲਾਏ, 4 ਗਵਾਹ ਪੂਰੇ ਕੀਤੇ, ਅਤੇ ਨਿਕਾਹ ਉੱਥੇ ਪੜ੍ਹਾਇਆ, ਅਤੇ ਉਸ ਮੁੰਡੇ ਨੂੰ ਆਖਿਆ ਵੀ ਇਸ ਔਰਤ ਦਾ ਨਾ ਹੱਥ ਥਾਮ ਲੈ, ਅਤੇ ਤੁਸੀਂ ਹੁਣ ਜਾਓ ਘਰ। ਉਹ ਜਨਾਬ ਵਾਪਸ ਘਰ ਆਏ ਔਰਤ ਦੇ ਨਾ, ਅਤੇ ਜਦੋਂ ਉਹ ਮੁੰਡਾ ਉਸ ਘਰ ਵਿਹੜੇ ਵੜਿਆ ਨਾ, ਉਹਨੂੰ ਚੇਤਾ ਆ ਗਿਆ ਵੀ ਘਰ ਤੋਂ ਹੀ ਜਿੱਥੇ ਰਾਤੀ ਮੈਂ ਬਤਾਊ ਖਾਣ ਆਇਆ ਸਾਂ। ਉਹ ਬੜਾ ਨਾ ਪਰੇਸ਼ਾਨ ਹੋਇਆ, ਅਤੇ ਜਿਸ ਟਾਈਮ ਉਹਦੀ ਔਰਤ ਨੇ ਨਕਾਬ ਤੋਂ ਆਪਣਾ ਨਕਾਬ ਲਾਇਆ ਨਾ,
ਤੇ ਬਹੁਤ ਹੀ ਜ਼ਿਆਦਾ ਖੂਬਸੂਰਤ ਸੀ। ਇਹ ਪਰੇਸ਼ਾਨ ਹੋ ਗਿਆ ਵੀ ਇਤਨੀ ਸੋਹਣੀ ਜਨਾਨੀ ਮੈਨੂੰ ਲੱਭ ਗਈ। ਉਹਨੇ ਆਖਿਆ ਵੀ ਤੂੰ ਕਿਉਂ ਪਰੇਸ਼ਾਨ ਹੋਇਆ? ਉਸ ਆਖਿਆ ਵੀ ਗੱਲ ਹੈ ਪਰੇਸ਼ਾਨ ਇਸ ਤੋਂ ਹੋਇਆ ਕਿ ਚੰਦ ਘੰਟੇ ਪਹਿਲਾਂ ਮੈਂ ਇਸ ਘਰ 'ਚ ਚੋਰੀ ਕਰਨ ਆਇਆ। ਠੀਕ ਹੈ, ਉਹ ਜਾ ਕੇ ਔਰਤ ਨੇ ਵੇਖਿਆ ਨਾ ਜਿਸ ਟਾਈਮ ਹਾਂਡੀ ਚੌਕੇ ਤੋਂ ਸਾ ਵਾਕਈ ਜਨਾਬ ਉਹ ਸੀ ਕਿ ਬਤਾਉ ਨੂੰ ਚੱਕ ਲੱਗਿਆ ਸੀ, ਬਤਾਉ ਵਿੱਚ ਹੀ ਪਿਆ ਸੀ। ਤੇ ਉਹਨੇ ਆਖਿਆ ਵੀ ਮੈਂ ਨਾ ਬਸ ਮੈਨੂੰ ਅੱਲਾ ਦਾ ਖੌਫ ਆ ਗਿਆ ਤੇ ਮੈਂ ਵਾਪਸ ਚਲਾ ਗਿਆ। ਤੇ ਉਸ ਔਰਤ ਨੇ ਆਖਿਆ ਦੇਖ ਲੈ ਤੂੰ ਸਿਰਫ ਰੱਬ ਦੀ ਯਾਨੀ ਕਿ ਰਜ਼ਾ ਵਾਸਤੇ ਚੋਰੀ ਖਾਣਾ ਤੋਂ ਜਾਂ ਹਰਾਮ ਖਾਣੇ ਤੋਂ ਯਾਨੀ ਕਿ ਬਾਜ਼ ਆ ਗਿਆ, ਤੌਬਾ ਕੀਤੀ ਹੈ। ਅੱਲਾ ਨੇ ਤੈਨੂੰ ਇਤਨੀ ਖੂਬਸੂਰਤ ਬੀਵੀ, ਇਹ ਘਰ ਦਾ ਮਾਲਕ ਹੋ ਰਿਹਾ, ਉਹਦੀ ਜਾਇਦਾਦ ਹੈ ਸੀ, ਇਹ ਸਾਰੇ ਅੱਲਾ ਤੈਨੂੰ ਅਤਾ ਕਰ ਦਿੱਤੀ ਹੈ, ਸਿਰਫ ਹਰਾਮ ਤੋਂ ਛੋੜਿਆ। ਤੇ ਇਸ ਤੋਂ ਅਗਰ ਕੋਈ ਵੀ ਬੰਦਾ, ਕੋਈ ਵੀ ਮੁਸਲਮਾਨ, ਕੋਈ ਵੀ ਬੰਦਾ ਜਦੋਂ ਰੱਬ ਦੀ ਰਜ਼ਾ ਵਾਸਤੇ ਕੋਈ ਵੀ ਗੁਨਾਹ ਜਾਂ ਕੋਈ ਵੀ ਹਰਾਮ ਚੀਜ਼ ਛੋੜਦਾ ਹੈ ਤੇ ਅੱਲਾਹ ਤਾਲਾ ਉਸ ਤੋਂ ਬਿਹਤਰ ਉਸ ਬੰਦੇ ਨੂੰ ਅਤਾ ਕਰਦਾ। ਸਿਰਫ ਈਮਾਨ ਬੰਦੇ ਦਾ ਪੁਖਤਾ ਹੋਣਾ ਚਾਹੀਦਾ। ਅੱਲਾਹ ਹਾਫਿਜ਼।